ਸਲਾਮ ਅਲੈਕੁਮ ਸਰ ਜੀ। ਸਾਡੇ ਬਾਬੇ ਇੱਕ ਗੱਲ ਸੁਣਾਉਂਦੇ ਹੁੰਦੇ ਹਨ ਕਿ ਕਿਸੇ ਪਿੰਡ 'ਚ ਨਾ ਉਦੋਂ ਇੰਸਪੈਕਟਰ ਆਉਂਦੇ ਹੁੰਦੇ ਹਨ ਚੈੱਕ ਕਰਨ ਲਈ। ਤੇ ਉਹ ਕਿਸੇ ਪਿੰਡ 'ਚ ਉਹ ਆਇਆ ਇੰਸਪੈਕਟਰ, ਤੇ ਜਨਾਬ ਜਿੱਥੇ ਉਹਨਾਂ ਦਾ ਕੋਈ ਦਾਰਾ ਬਣਿਆ ਸੀ ਨਾ, ਸ਼ਾਮਲਾਤ ਜਿਹੜੀ ਜਗ੍ਹਾ ਸੀ, ਉੱਥੇ ਪਹੁੰਚ ਗਿਆ। ਤੇ ਉਹਨੇ ਸਾਰੇ ਪਿੰਡ 'ਚ ਨਾ ਢੰਡੋਰੇ ਹੁੰਦੇ ਸਨ ਉਦੋਂ, ਨਾ ਉਦੋਂ ਸਪੀਕਰ ਹੁੰਦੇ ਹਨ ਨਾ ਫੇਸਬੁੱਕ। ਉਹਨੇ ਢੰਡੋਰਾ ਪਕੜਾਤਾ ਸੀ ਕਿ 2 ਘੰਟੇ ਪਹਿਲਾਂ ਇੰਸਪੈਕਟਰ ਸਾਹਿਬ ਆ ਰਹੇ ਨੇ ਪਿੰਡ 'ਚ, ਜੇ ਕਿਸੇ ਬੰਦੇ ਨੂੰ ਕੋਈ ਮਸਲਾ ਹੈ, ਕੋਈ ਮਾਮਲਾ ਹੈ ਤਾਂ ਆ ਜਿਓ ਜੇ, ਖੁੱਲੀ ਕਚਹਿਰੀ ਹੈ। ਤੇ ਉਹ ਜਨਾਬ ਵਾਲੀ ਆ, ਉਹ ਸਾਰੇ ਲੋਕੀ ਗਏ। ਕੋਈ ਕਹੇ ਸਾਡੇ ਜਨਾਬ ਗਏ ਉਸ ਦੌਰ ਦੀ ਜਿਹੜੀ, ਕੋਈ ਕਹੇ ਸਾਡੇ ਡੰਗਰ ਮਰਨ ਡਏ ਨੇ, ਕੋਈ ਕਹੇ ਸਾਨੂੰ ਡਾਕ ਨਹੀਂ ਮਿਲਦੀ, ਕੋਈ ਕਹੇ ਸਾਨੂੰ ਬਿਜਲੀ, ਕੋਈ ਕਹੇ ਸਾਨੂੰ ਪਾਣੀ। ਉਹ ਜਿਹੜਾ ਆਏ ਨਾ ਤੇ ਉਹ ਪੁੱਛੇ ਬਹਿਰਾ ਥੱਲੇ। ਸਰਦੀਆਂ ਦੇ ਦਿਨ ਖੁੱਲਾ ਮਾਹੌਲ ਸੀ। ਉਹ ਉਹਨਾਂ ਕੋਲ ਲਿਖੀ ਜਾਏ ਗੱਲਾਂ, ਨਾਲੇ ਉਹ ਥੱਲੇ ਬਿਠਾਈ ਜਾਵੇ। ਉਹ ਸਾਰੇ ਲਿਖ ਪੜ੍ਹ ਲਿਆ ਨਾ ਜਦੋਂ, ਤੇ ਉਹ ਦੱਸੇ ਕੁਛ ਨਾ ਉਹਨਾਂ ਨੇ ਕਿ ਤੁਹਾਨੂੰ ਅਸੀਂ ਕੱਲ ਕਰ ਦਾਂਗੇ, ਪਰਸੋਂ ਕਰ ਦਾਂਗੇ, ਜੋਤ ਕਰ ਦਾਂਗੇ, ਕੋਈ ਗੱਲਬਾਤ ਨਾ ਹੋਈ। ਤੇ ਜੋ ਸਾਰੇ ਮਸਲੇ ਲਿਖ ਰਹੇ ਤੇ ਆਂਦਾ ਕਿ ਓਏ ਤੁਹਾਡੇ ਪਿੰਡ ਦਾ ਚੌਧਰੀ ਕਿੱਥੇ ਆ? ਉਹ ਕਹੇ ਜਨਾਬ ਹੁਣ ਕਿਹੜਾ ਦੌਰ ਚੌਧਰੀਆਂ ਵਾਲਾ, ਹੁਣ ਅੱਲਾ ਦਾ ਸ਼ੁਕਰ ਹੈ ਖਾਂਦੇ ਪੀਂਦੇ ਆ ਸਾਰੇ ਮਾਸ਼ਾਅੱਲਾ, ਕੋਈ ਲੋੜ ਹੀ ਕੋਈ ਨਹੀਂ। ਚੌਧਰੀ ਕੀ ਕਰਨਾ ਅਸਾਂ ਇੱਥੇ ਰੱਖਣਾ? ਆਂਦਾ ਜੋ ਤੁਸੀਂ ਏਡੇ ਚੌਧਰੀ ਹੋ, ਤੁਹਾਨੂੰ ਪਤਾ ਨਹੀਂ ਕੋਈ ਬੰਦਾ ਬਾਹਰੋਂ ਆਇਆ ਹੋਇਆ, ਤੁਹਾਨੂੰ ਪਹਿਲਾਂ ਕੋਈ ਚਾਹ ਪੁੱਛਣੀ ਹੈ, ਕੋਈ ਪਾਣੀ ਪੁੱਛਣੀ ਹੈ। ਉਦੋਂ ਸਫ਼ਰ ਵੀ ਇਹੋ ਜਿਹੇ ਸਨ, 2-2 ਦਿਨ ਤੇ ਲੱਗ ਜਾਂਦੇ ਹਨ ਜਦੋਂ ਦੂਰੋਂ ਕੋਈ ਬੰਦਾ ਆਉਂਦਾ ਸੀ। ਤੁਸੀਂ ਸਾਰੇ ਚੌਧਰੀ ਹੋ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਇਹ ਮੇਰਾ ਘੋੜਾ ਵੱਜਾ ਹੈ, ਨਾਲ ਮੇਰੇ ਮੁਲਾਜ਼ਮ ਨੇ। ਅਸੀਂ ਸਵੇਰ ਦੇ ਤੁਰੇ ਆ, 3 ਵਜੇ 2 ਵਜੇ ਤੱਕ ਪਹੁੰਚੇ ਆ। ਨਾ ਤੁਸੀਂ ਘੋੜੇ ਲਈ ਕੋਈ ਘਾਹ ਲਿਆਂਦਾ ਕਿਸੇ ਨੇ, ਨਾ ਕੋਈ ਸਾਨੂੰ ਪਾਣੀ, ਨਾ ਕੋਈ ਚਾਹ, ਨਾ ਕੋਈ ਰੋਟੀ, ਨਾ ਕੋਈ ਦੱਸਿਆ, ਕੋਈ ਵੀ ਨਹੀਂ ਪਤਾ ਲੱਗਣਾ ਕਿਸੇ ਨੇ ਰਹਿਣਾ ਬਹਿਣਾ ਕਿੱਥੇ ਆ, ਕਿਉਂਕਿ ਰਾਤ ਸਾਨੂੰ ਰਹਿਣਾ ਮਰਨਾ ਪੈਣਾ। ਉਹ ਜਨਾਬ ਉਹ ਸਾਰੀ ਕਲਾਸ ਨਾ ਚੰਗੀ ਤਰ੍ਹਾਂ ਉਹਨੇ ਪੂਰੇ ਪਿੰਡ ਦੀ ਬਿੱਸੀ ਕਰਨ ਡਿਆ। ਤੇ ਉਹ ਪਿੱਛੇ ਇੱਕ ਬਾਬਾ ਬੈਠਾ ਹੋਇਆ ਸਿਆਣਾ, ਉਹ ਨਾ ਨਾਲ ਉਹਦੇ ਮੁੰਡਾ ਬੈਠਾ ਸੀ। ਉਹਨੂੰ ਆਂਦਾ ਕਿ ਉਹ ਕੱਖ ਗੱਲ ਸੁਣ, ਪਿੱਛੇ ਪਿੰਡ 'ਚ ਕੋਈ ਰਹਿਤ ਨਹੀਂ ਗਿਆ ਬੰਦਾ। ਉਹਨੇ ਕਿਹਾ ਦੀਨਾ ਮੋਚੀ ਰਹਿ ਗਿਆ। ਕਹਿੰਦਾ ਫਿਰ ਚੁੱਪ ਕਰਕੇ ਨਾ ਇਸ ਤਰ੍ਹਾਂ ਕਰ, ਘਰ ਮੇਰੇ ਜਾ, ਹੁੱਕੇ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਨਾ, ਅੱਗ ਧਰ ਕੇ ਪੂਰਾ ਮਾਹੌਲ ਤਿਆਰ ਕਰਕੇ ਨਾ, ਤੇ ਦੀਨੇ ਮੋਚੀ ਵੱਲ ਜਾ। ਤੇ ਉਹਨੂੰ ਸੋਹਣੇ ਨਵੇਂ ਕੱਪੜੇ ਪਾ ਕੇ ਉੱਤੇ ਪੱਗ ਬੰਨ੍ਹ ਕੇ ਨਾ, ਤੇ ਉਹਨੂੰ ਇੰਜ ਲਿਆਓ ਜਿਵੇਂ ਚੌਧਰੀ ਹੁੰਦਾ ਹੈ, ਠੀਕ ਹੈ। ਤੇ ਉਹਨੂੰ ਦੱਸ ਛੜਿਓ ਕੋਈ ਗੱਲਬਾਤ ਬਹੁਤ ਸੁਣਾ ਲੈਂਦਾ ਹੈ। ਤੇ ਉਹਨੂੰ ਦੱਸੀ ਕਿ ਇੰਸਪੈਕਟਰ ਆਇਆ ਤੇ ਕਿਸੇ ਨੂੰ ਕੁਛ ਨਹੀਂ ਸਮਝ ਰਿਹਾ, ਤੇ ਚੰਗੀ ਤਰ੍ਹਾਂ ਚੌਧਰੀ ਬਣ ਕੇ ਆਈ, ਤੇ ਫਿਕਰ ਨਾ ਕਰੀ ਤੇਰੇ ਮਗਰ ਅਸੀਂ ਸਾਰੇ ਆ। ਉਹ ਜਨਾਬ ਦੀਨਾ ਵੀ ਇਸ ਗੱਲ ਤੋਂ ਜ਼ਰਾ ਰਾਜ਼ੀ ਰਹਿੰਦਾ ਹੋਣਾ ਹੈ। ਉੱਥੇ ਗਏ, ਉਹਨੇ ਜਾ ਕੇ ਦੱਸਿਆ ਬਾਬਾ ਤੇਰੀ ਲੋੜ ਪੈ ਗਈ, ਤੂੰ ਬੜੇ ਚੌਧਰੀ ਹੰਡਾਏ ਨੇ। ਕਿਤੇ ਉਹ ਚੌਧਰੀਆਂ ਕੋਲ ਜਾਂਦਾ ਰਿਹਾ ਸੀ ਜੁੱਤੀਆਂ ਸ਼ੁੱਤੀਆਂ ਬਣਾਉਣ, ਉਹਨੂੰ ਪਤਾ ਸੀ ਚੌਧਰੀ ਕਿਵੇਂ ਬੋਲਦੇ ਕੁੰਦੇ ਨੇ। ਉਹ ਤੇ ਜਨਾਬ ਉਹ ਮੁੰਡੇ ਨੇ ਹੁੱਕਾ ਫੜਿਆ, ਇੱਕ ਮੁੰਡਾ ਹੋਰ ਵਿਹਲਾ ਸੀ, ਉਹ ਅੱਗੇ ਗਏ, ਓਏ ਓਏ ਪਰਾਂ ਚੋਈ ਸਭ ਆ ਗਏ। ਉਹ ਇੰਜ ਕਰਕੇ ਤੇ ਉਹ ਦਾਰੇ 'ਚ ਆ ਗਏ। ਦਾਰੇ 'ਚ ਪੂਰਾ ਪਿੰਡ ਬੈਠਾ ਹੋਇਆ, ਤੇ ਉਧਰੋਂ ਇੰਸਪੈਕਟਰ ਆਇਆ। ਤੇ ਉਧਰੋਂ ਜਦੋਂ ਉਹ ਵੜੇ ਨਾ ਦਾਰੇ ਦੇ ਬੂਹੇ ਤੋਂ ਅੰਦਰ, ਤੇ ਸਾਰਾ ਪਿੰਡ ਖਲੋ ਗਿਆ। ਉਹ ਬਾਬੇ ਨੇ ਸਮਝਾਤੀ ਸਾਰੀ ਗੱਲ ਅੰਦਰੋਂ ਦੇ ਕਿ ਜਦੋਂ ਕੁੜੀਆਂ ਨੇ ਉਹ ਗਾਲ ਨਾ ਕੱਢ ਦਿਓ ਮੋਚੀ ਨੂੰ। ਜਦੋਂ ਆਏ ਸਾਰੀ ਉੱਠ ਪਏ ਕਿ ਚੌਧਰੀ ਸਾਹਿਬ ਆ ਗਏ। ਉਹ ਜਨਾਬ ਇੰਜ ਹੋਇਆ, ਉਧਰੋਂ ਦੀਨਾ ਅੰਦਰ ਵੜਿਆ, ਉਧਰੋਂ ਸਾਰਾ ਪਿੰਡ ਉੱਠ ਕੇ ਖਲੋ ਗਿਆ। ਉਹ ਚੌਧਰੀ ਸਾਹਿਬ ਆ ਗਏ, ਚੌਧਰੀ ਸਾਹਿਬ ਆ ਗਏ। ਉਹ ਇੰਸਪੈਕਟਰ ਵੀ ਉੱਠ ਕੇ ਖਲੋ ਗਏ, ਨਾਲ ਉਹਦੇ ਮੁਲਾਜ਼ਮ ਵੀ। ਉਹ ਅਗਾਂਹ ਹੋ ਕੇ ਕਹਿੰਦੇ ਚੌਧਰੀ ਸਾਹਿਬ ਸਲਾਮ ਅਲੈਕਮ। ਕਹਿੰਦਾ ਇੰਸਪੈਕਟਰ ਤੈਨੂੰ ਪਤਾ ਨਾ ਜਦੋਂ ਪਿੰਡ 'ਚ ਇਹਦਾ ਪਹਿਲਾਂ ਨੋਟਿਸ ਭੇਜੀਦਾ ਕਿ ਚੌਧਰੀ ਸਾਹਿਬ ਮੌਜੂਦ ਹੋਣ। ਉਹ ਜਦ ਜ਼ਰਾ ਐਮਰਜੈਂਸੀ ਨਿਕਲਣਾ ਪੈ ਗਿਆ, ਕੋਈ ਚਾਹ ਪਾਣੀ ਪੀਤੀ, ਕੋਈ ਪਾਣੀ ਛਾਣੀ ਪੀਤਾ। ਆਂਦੇ ਚੌਧਰੀ ਸਾਹਿਬ ਤੁਸੀਂ ਨਹੀਂ ਸੀ, ਸਾਨੂੰ ਕਿਹਨੇ ਪੁੱਛਣਾ ਸੀ, ਅਸੀਂ ਤਾਂ ਅੱਗੇ ਗੱਲ ਕਰਨ ਡਏ ਹਾਂ। ਉਹ ਮੁੰਡਿਓ ਪਾਣੀ ਲਿਆਓ, ਉਹ ਰੋਟੀ ਤਿਆਰ ਕਰਾਓ, ਚਲੋ। ਅੱਛਾ ਯਾਰ ਪਿੰਡ ਦੇ ਬੜੇ ਮਸਲੇ ਨੇ, ਪੁੱਛੇ ਕਿਸੇ ਨੂੰ? ਕਹਿੰਦੇ ਜਨਾਬ ਪੁੱਛਿਆ, ਕਿਉਂ ਨਹੀਂ ਪੁੱਛਿਆ? ਪੁੱਛੋ ਕਿਸੇ ਨੂੰ ਨਹੀਂ ਪੁੱਛਿਆ। ਉਹ ਸਾਰੇ ਪਿੰਡ ਨਾ ਮੋਚੀ ਕੋ ਨਹੀਂ ਪਿਆ ਕਹੀ ਜਾਵੇ। ਹਾਂ ਬਈ ਹਨੀਫ ਤੇਰਾ ਕੋ ਕੰਮ ਸੀ ਜਿਹੜਾ ਚੌਧਰੀ ਸਾਹਿਬ ਦੱਸਿਆ। ਇੰਸਪੈਕਟਰ ਸਾਹਿਬ ਮੈਨੂੰ ਲਾਮਾ ਨਾ ਆਏ, ਤੁਹਾਡੀ ਸੇਵਾ ਅਸੀਂ ਕਰ ਦਾਂਗੇ, ਤੁਹਾਡਾ ਜਰਾ ਹਿਸਾਬ ਕਿਤਾਬ ਨਹੀਂ ਚੌਧਰੀ ਸਾਹਿਬ ਫਿਕਰ ਨਾ ਕਰੋ, ਸਾਰੇ ਦੁਨੀਆ ਤੋਂ ਲਾਮਾ ਆਏਗਾ, ਤੁਹਾਡੇ ਪਿੰਡੋਂ ਨਹੀਂ ਆਏਗਾ। ਉਹਨਾਂ ਜਨਾਬ ਵਾਲੀ ਸਾਰੇ ਪਿੰਡਾਂ ਨੇ ਰਲ ਮਿਲ ਕੇ ਕੁਝ ਕੀਤਾ, ਉਹਨੂੰ ਰੋਟੀ ਪਾਣੀ ਖਵਾਈ, ਘੋੜੇ ਨੂੰ ਘਾਹ ਸ਼ਾਹ ਦਿੱਤਾ, ਜਿਹੜਾ ਕੋਈ ਨਿੱਕੇ ਮੋਟੇ ਮਸਾਇਲ ਸਨ ਉਹਨੇ ਗਿਆ ਉੱਥੇ ਜਾ ਕੇ ਜਨਾਬ ਉਹਨੇ ਆਰਡਰ ਕਰਾ ਦਿੱਤੇ, ਉਹ ਮਸਲੇ ਹੱਲ ਹੋ ਗਏ। ਇਹ ਸਾਰੀ ਕਹਾਣੀ ਦਾ ਮਸਲਾ ਵਾਲਾ ਕੀ ਹੈ? ਜਾਮ ਗਿਆ ਜੀ ਯੂਨੀਅਨ ਕੌਂਸਲ 'ਚ ਇੱਕ ਉਹ ਨਾਦਰਾ ਦੀ ਗੱਡੀ ਆਈ ਹੋਈ ਹੈ, ਔਰ ਅੱਗੇ ਵੀ ਆਉਂਦੀ ਹੈ। ਉਹਨੂੰ ਪਤਾ ਨਹੀਂ ਕਦੀ ਕਿਸੇ ਨੇ ਕੋਈ ਚਾਹ ਪੁੱਛੀ ਹੈ ਕਿ ਪਾਣੀ ਪੁੱਛਿਆ ਕਿ ਨਹੀਂ, ਉਹਨਾਂ ਨੂੰ ਕਦੀ ਕੋਈ ਲੈਣ ਦੇਣ ਕਿਸੇ ਨੇ ਕੀਤਾ ਹੈ ਕਿ ਨਹੀਂ। ਉਹ ਜਦੋਂ ਜਾਓ ਉਹ ਆਂਦੇ ਨੇ ਟੋਕਨ ਮੁੱਕ ਗਏ ਨੇ, ਅਰਜ਼ ਹੈ ਵੇ ਉਹ ਕੋਈ 35,000 ਤੁਹਾਡੀ ਆਬਾਦੀ ਹੈ, ਅੱਲਾਹ ਤਾਲਾ ਤੁਹਾਨੂੰ ਕੋਠੀਆਂ ਦਿੱਤੀਆਂ, ਬੰਗਲੇ ਵੀ ਦਿੱਤੇ ਨੇ, ਨਾਂ ਵੀ ਦਿੱਤੇ ਨੇ, ਕੋਈ ਇੱਕ ਜਣਾ ਕੋਈ ਆਂਦਾ, ਕੋਈ ਬੀਬੀ ਆਂਦੀ, ਕੋਈ ਭੈਣ ਆ ਜੀ, ਉਹ ਉਹਨਾਂ ਨੂੰ ਬਹਿਸਾਂ ਕਰਨ ਡਈਆਂ, ਤਰਲੇ ਲੈਣ ਡੇ, ਉੱਥੇ ਕੋਈ ਬੰਦਾ ਨਹੀਂ। ਤੇ ਜੇ ਕੋਈ ਪੁੱਛੋਗੇ ਤਾਂ ਸਾਰੀ ਬਰਾਏ ਉਮੀਦਵਾਰ ਬਰਾਏ ਚੇਅਰਮੈਨ ਹੀ ਨੇ, ਕੋਈ MPA ਦਾ ਵੀ ਹੈ, ਕੋਈ ਕੌਂਸਲਰ ਦਾ ਵੀ ਹੈ, ਇੱਕ ਅੱਧਾ ਮਾੜਾ ਜਿਹਾ ਉੱਥੇ ਲੰਬੜਦਾਰ ਹੁੰਦਾ ਹੈ। ਉਹ ਲੰਬੜਦਾਰ ਜਿਹੜਾ ਹੁੰਦਾ ਉਹਦੀ ਸੁਣ ਲਓ,
ਉਹ ਲੰਬੜਦਾਰ ਨੂੰ ਉਹਨੇ ਕਿਹਾ ਕਿ ਭਾਜੀ ਮੇਰਾ ਕੋਈ ਕਰੀਬੀ ਅਜ਼ੀਜ਼, ਉਹਨੇ ਕਿਹਾ ਤੈਨੂੰ ਨਹੀਂ ਪਤਾ ਟੋਕਨ ਮੁੱਕ ਗਏ ਨੇ। ਉਹ ਕਹਿੰਦਾ ਮਾਮਾ ਮੇਰੇ ਟੋਕਨ ਤੇ ਮੇਰੇ ਸਾਈਨਾਂ ਤੋਂ ਮੋਹਰ ਤੋਂ ਬਗੈਰ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਤੇ ਮੇਰੀ ਵੀ ਕੋਈ ਇੱਜ਼ਤ ਨਹੀਂ, ਅੱਗੋਂ ਮੈਂ ਵੀ ਨਹੀਂ ਤੁਹਾਨੂੰ ਲੱਭਣਾ। ਤੇ ਦੂਸਰੀ ਜਿਹੜੀ ਮੇਨ ਗੱਲ ਏ, ਪੂਰੇ ਪੰਜਾਬ ਨੂੰ ਉਹਨਾਂ ਨੋਟਿਸ ਜਾਰੀ ਕੀਤਾ ਹੈ ਵਿਲੇਜ ਦੀ ਸਾਫ ਸੁਥਰਾ ਮਾਹੌਲ ਲਈ। ਉਹ ਮੈਂ ਪੁੱਛਿਆ, ਮੈਂ ਕਿਹਾ ਤੁਹਾਨੂੰ ਆਇਆ ਸ਼ਡਿਊਲ ਜਾਮਕਿਆਂ ਦਾ? ਉਹਨੇ ਕਿਹਾ ਜਾਮਕਿਆਂ ਨੂੰ ਉਹਨੇ ਸ਼ਡਿਊਲ ਉਹ ਕੱਢ ਹੀ ਛੱਡਿਆ। ਜਾਮਕੇ ਦਾ ਸਫਾਈ ਦਾ ਜਿਹੜਾ ਸ਼ਡਿਊਲ ਸੀ ਉਹ ਉਹਨਾਂ ਨੇ ਮੁਨਕਤਾ ਕਰ ਛੜਿਆ, ਇਸ ਵਾਸਤੇ ਕਿ ਇੱਥੇ ਬੰਦੇ ਹੈ ਨੇ ਸਫਾਈ ਵਾਲੇ। ਇਸ ਯੂਨੀਅਨ ਕੌਂਸਲ ਨੂੰ ਅਮਲੇ ਦੀ ਫੰਡ ਦੀ ਲੋੜ ਹੀ ਕੋਈ ਨਹੀਂ, ਇਸ ਵਾਸਤੇ ਜਾਮਕੇ ਚੀਮਾ ਆਊਟ ਆਫ ਸ਼ਡਿਊਲ ਕਰ ਦਿੱਤਾ ਗਿਆ ਹੈ। ਲਿਹਾਜ਼ਾ ਜਿਹੜੇ ਘਰਾਂ ਦੇ ਅੱਗੇ ਕਚਰੇ ਨੇ, ਰੂੜੀਆਂ ਨੇ, ਨਾਲੇ ਨੇ ਔਰ ਗੰਦਗੀ ਹੈ, ਹੁਣ ਟਾਈਮ ਹੈ ਜੇ ਕੋਈ ਤੁਹਾਡੇ ਅੰਦਰ ਕੋਈ ਯਕਜਹਿਤੀ ਹੈ, ਇਤਫਾਕ ਹੈ, ਤੇ ਹਿੰਮਤ ਕਰੋ ਏਸੀ ਅੱਗੇ ਪੇਸ਼ ਹੋਵੋ। ਸਭ ਨਾਲ ਪਹਿਲਾਂ ਮੈਂ ਅੱਗੇ ਹੋਵਾਂਗਾ। ਅੱਲਾ ਹਾਫਿਜ਼।